ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਅਲਬਰਟਾ ਦੀ ਆ। ਅਲਬਰਟਾ ਦੇ ਵਿੱਚ ਜਦੋਂ ਇਹ ਪ੍ਰੋਟੈਸਟ ਹੋਏ ਸੀ ਉਹਨਾਂ ਦੇ ਵਿੱਚ ਕੁਝ ਗੱਲਾਂ ਬਾਤਾਂ ਹੁਣ ਸਾਹਮਣੇ ਆਈਆਂ। ਟ੍ਰੈਫਿਕ ਲੇਨਸ ਬੰਦ ਹੋ ਗਈਆਂ ਸੀ US ਵਾਲੇ ਪਾਸੇ ਜਦੋਂ ਜਾਂਦੀਆਂ ਸੀ ਉੱਥੇ ਬਾਰਡਰ ਦੇ ਉੱਤੇ, ਤੇ ਉਸ ਵੇਲੇ ਦੇ ਜਿਹੜੇ ਪ੍ਰੀਮੀਅਰ ਸੀਗੇ ਜੇਸਨ ਕੇਨੀ, ਹੁਣ ਪਤਾ ਲੱਗ ਰਿਹਾ ਕਿ ਉਹ ਇਸ ਸਿਚੁਏਸ਼ਨ ਨੂੰ ਇਗਨੋਰ ਕਰ ਰਹੇ ਸੀ। ਇਹ ਇਨਕੁਆਇਰੀ ਜਿਹੜੀ ਐਮਰਜੈਂਸੀਜ਼ ਐਕਟ ਦੀ ਚੱਲ ਰਹੀ ਆ ਉਹਦੇ ਵਿੱਚੋਂ ਗੱਲਾਂ ਬਾਤਾਂ ਹੁਣ ਹੌਲੀ ਹੌਲੀ ਸਾਹਮਣੇ ਆ ਰਹੀਆਂ। ਤੁਹਾਨੂੰ ਪਤਾ ਕਿ ਜਿਹੜਾ ਇਹ ਐਮਰਜੈਂਸੀ ਐਕਟ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਲਾਇਆ ਗਿਆ ਸੀ ਤੇ ਉਹਦੇ ਉੱਤੇ ਹੁਣ ਵੱਡਾ ਇੱਕ ਜਿਹੜਾ ਵਿਰੋਧ ਹੋਇਆ ਸੀ ਵੀ ਇਹ ਨਹੀਂ ਲਾਇਆ ਜਾਣਾ ਚਾਹੀਦਾ ਸੀ, ਜਿਹਦੀ ਹੁਣ ਸੁਣਵਾਈ ਚੱਲ ਰਹੀ ਆ। ਤੇ ਇਹ ਸੁਣਵਾਈ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਲੋਕ ਉਹਨਾਂ ਨੇ ਅਦਾਲਤ ਨੇ ਜਿਹੜੇ ਆ ਉਹ ਸੱਦੇ ਆ ਕਿ ਤੁਸੀਂ ਦੱਸੋ ਇਹ ਕਿਉਂ ਲਾਗੂ ਕੀਤਾ ਸੀ। ਜਿਹੜੇ ਇਹਦੇ ਨਜਿੱਠਣ ਦੇ ਲਈ ਜਿਹੜੀਆਂ ਸ਼ਕਤੀਆਂ ਸਰਕਾਰ ਨੇ ਵਰਤੀਆਂ ਸੀ, ਇਹ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਸੀ ਆਹ ਕੰਮ ਕੀਤਾ ਗਿਆ ਸੀ। ਉਹ ਕਮਿਸ਼ਨ ਦੇ ਅੱਗੇ ਹੁਣ 65 ਗਵਾਹ, ਜਿਨ੍ਹਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਜਸਟਿਸ ਮਿਨਿਸਟਰ ਡੇਵਿਡ ਲੈਮਚੀ, ਟਰਾਂਸਪੋਰਟ ਮਿਨਿਸਟਰ ਓਮਰ ਅਲਗਾਬਰਾ, ਮਿਨਿਸਟਰ ਆਫ ਐਮਰਜੈਂਸੀ ਪ੍ਰੀਪੇਅਰਡਨੈਸ ਬਿਲ ਬਲੇਅਰ, ਡਿਫੈਂਸ ਮਿਨਿਸਟਰ ਅਨੀਤਾ ਆਨੰਦ, ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੀਚੀਨੋ, RCMP ਕਮਿਸ਼ਨਰ ਬੈਂਡਾ ਲੱਕੀ, ਆਟਵਾ ਪੁਲਿਸ ਦੇ ਸਾਬਕਾ ਚੀਫ ਪੀਟਰ ਸਲੋਲੀ, ਜਿਹੜੀਆਂ ਖੁਫੀਆ ਏਜੰਸੀਆਂ ਤੇ ਹੋਰ ਕਿੰਨਾ ਕੁਛ ਸੀਗਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਕਮਿਸ਼ਨ ਨੇ ਸੱਦ ਕੇ ਤੇ ਉਹਨਾਂ ਕੋਲੋਂ ਪੁੱਛ ਰਹੇ ਆ, ਜਿਹਦੇ ਵਿੱਚੋਂ ਹੁਣ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਤੇ ਅਲਬਰਟਾ ਦੀ ਇਹ ਗੱਲਬਾਤ ਕਿ ਉਸ ਵੇਲੇ ਉਹਨਾਂ ਦੇ ਪ੍ਰੀਮੀਅਰ ਜੇਸਨ ਕੇਨੀ ਸੀਰੀਅਸ ਨਹੀਂ ਸੀ ਇਸ ਗੱਲ ਨੂੰ ਲੈ ਕੇ, ਜਾਂ ਜਾਣਬੁੱਝ ਕੇ ਇਗਨੋਰ ਕਰ ਰਹੇ ਸੀ ਉੱਥੇ ਜੋ ਕੁਛ ਹੋ ਰਿਹਾ ਸੀ। ਤੁਹਾਨੂੰ ਪਤਾ ਕਿ ਕਮਿਸ਼ਨ ਦਾ ਜਿਹੜਾ ਪਹਿਲਾ ਪੜਾਅ ਆ ਉਹ 6 ਹਫ਼ਤੇ ਚੱਲਣਾ, 25 ਨਵੰਬਰ ਨੂੰ ਇਹ ਖਤਮ ਹੋ ਜਾਣਾ। ਉਸ ਤੋਂ ਬਾਅਦ ਅਗਲਾ ਪੜਾਅ ਆ, ਉੱਥੇ ਫਿਰ ਇੱਕ ਰਾਊਂਡ ਟੇਬਲ ਗੱਲਬਾਤ ਹੋਊਗੀ। 6 ਫਰਵਰੀ ਨੂੰ ਅਗਲੇ ਸਾਲ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦੇਣੀ ਆ ਕਿ ਇਹਦੇ ਵਿੱਚ ਕੌਣ ਕੌਣ ਜ਼ਿੰਮੇਵਾਰ ਸੀ, ਕੀ ਇਹ ਜਿਹੜਾ ਐਮਰਜੈਂਸੀ ਐਕਟ ਸੀ ਇਹ ਲਾਉਣਾ ਚਾਹੀਦਾ ਸੀ, ਗਲਤ ਲਾਇਆ, ਸਹੀ ਲਾਇਆ, ਲੋਕਾਂ ਨਾਲ ਧੱਕਾ ਹੋਇਆ, ਲੋਕ ਸਰਕਾਰ ਨਾਲ ਧੱਕਾ ਕਰ ਰਹੇ ਸੀ। ਸਾਰੀ ਗੱਲਬਾਤ ਇਹਨਾਂ ਨੇ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦੇਣਾ। ਪਰ ਉਹ ਜਿੱਦਾਂ ਜਿੱਦਾਂ ਉਹਦੀ ਰੋਜ਼ ਸੁਣਵਾਈ ਹੋ ਰਹੀ ਆ ਉਹਦੇ ਵਿੱਚੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ। ਤੇ ਇੱਕ ਗੱਲ, ਕਿਉਂਕਿ ਉਹਨਾਂ ਦੀ ਇੱਕ ਇੱਕ ਚੀਜ਼ ਡਿਟੇਲ ਦੇਖੀ ਜਾ ਰਹੀ ਆ ਇਸ ਮਾਮਲੇ ਦੇ ਵਿੱਚ, ਜਿਹੜਾ ਕਮਿਸ਼ਨ ਇਨਵੈਸਟੀਗੇਸ਼ਨ ਕਰ ਰਿਹਾ ਆ, ਜਿਸ ਜਿਹੜਾ ਉੱਥੇ ਐਮਰਜੈਂਸੀ ਐਕਟ ਜਦੋਂ ਲਾਇਆ ਔਰ ਪ੍ਰੋਟੈਸਟ ਅਲਬਰਟਾ ਦੇ ਵਿੱਚ ਕੋਰਟਸ ਦੇ ਵਿੱਚ ਇਹ ਚੱਲਦਾ ਸੀਗਾ, ਤੇ ਉੱਥੇ ਪ੍ਰੋਟੈਸਟਰ ਜਿਹੜੇ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਹੁਣ ਜਿਹੜੇ ਉਹਨਾਂ ਦੇ ਆਪਸ ਦੇ ਵਿੱਚ ਮੇਅਰ ਦੇ, ਕਾਊਟਸ ਦੇ ਮੇਅਰ ਦੇ ਤੇ ਜਿਹੜੇ ਉਦੋਂ ਦੇ ਪ੍ਰੀਮੀਅਰ ਸੀਗੇ ਜੇਸਨ ਕੇਨੀ, ਉਹਨਾਂ ਨੇ ਆਪਸ ਦੇ ਵਿੱਚ ਕਿਹੜੇ ਮੈਸੇਜ ਕੀਤੇ ਫੋਨ ਤੇ ਉਹ ਵੀ ਉਹਨਾਂ ਨੇ ਮੰਗਾਏ ਆ। ਤੇ ਉਹਦੇ ਵਿੱਚੋਂ ਜਿਹੜੇ ਉਹ ਮੈਸੇਜ ਕੀਤਾ ਗਿਆ ਉਹਦੇ ਬਾਰੇ ਫਰਵਰੀ 12 ਨੂੰ ਉਸ ਵੇਲੇ ਕਹਿੰਦੇ ਉਹ ਮੈਸੇਜ ਦੇ ਵਿੱਚ ਉਹ ਲਿਖਦੇ ਆ ਕਿ ਜੇ ਤੁਹਾਨੂੰ ਸਮਾਂ ਜਿਹੜਾ ਪ੍ਰੀਮੀਅਰ ਆ ਪਤਾ ਨਹੀਂ ਕਿਉਂ ਇਗਨੋਰ ਕਰ ਰਿਹਾ ਪ੍ਰੋਵਿੰਸ ਦੇ ਵਿੱਚ ਜਿਹੜਾ ਡੋਮੈਸਟਿਕ ਟੈਰਰਿਸਟ ਨੂੰ, ਤੇ ਉਹਨਾਂ ਨੂੰ ਵੀ ਇੱਦਾਂ ਕਹਿ ਕਿਉਂ ਨਹੀਂ ਰਹੇ। ਉਹ ਕਹਿੰਦੇ ਵੀ ਮੈਂ ਕਾਫੀ ਵਾਰੀ ਉਹਨਾਂ ਨੂੰ ਗੱਲਬਾਤ ਕੀਤੀ ਆ। ਵਿਲਟ ਨੇ ਜਿਹੜਾ ਟੈਕਸਟ ਕੀਤਾ ਆ ਸੋਨੀ ਨੂੰ ਫਰਵਰੀ 12 ਨੂੰ ਜੇਸਨ ਕੇਨੀ ਦੇ ਸੰਬੰਧ ਦੇ ਵਿੱਚ ਕਿ ਜੇਸਨ ਕੇਨੀ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਇਹਨਾਂ ਨੂੰ ਇਗਨੋਰ ਕਰ ਰਿਹਾ ਆ। ਸੋ ਕਾਊਟਸ ਦੇ ਮੇਅਰ ਜਿਮ ਵਿਲਟ ਮੈਸੇਜ ਕਰ ਰਹੇ ਆ ਅਲਬਰਟਾ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਨੂੰ, ਉਸ ਵੇਲੇ ਦੇ ਜਿਹੜੇ ਰਾਜਨ ਸਾਨੀ ਟਰਾਂਸਪੋਰਟੇਸ਼ਨ ਮਿਨਿਸਟਰ ਸੀ, ਉਹਨਾਂ ਨੂੰ ਮੈਸੇਜ ਕਰਕੇ ਇਹ ਕਹਿ ਰਹੇ ਆ ਕਿ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਪ੍ਰੀਮੀਅਰ ਜੇਸਨ ਕੇਨੀ ਇਹ ਜਿਹੜਾ ਡੋਮੈਸਟਿਕ ਟੈਰਰਿਸਟ ਨੇ, ਇਹ ਘਰੇਲੂ ਅੱਤਵਾਦੀ ਨੇ, ਇਹਨਾਂ ਨੂੰ ਇਗਨੋਰ ਕਿਉਂ ਕਰ ਰਹੇ ਆ। ਹੁਣ ਉਹ ਟੈਕਸਟ ਦੀ ਪੂਰੀ ਉਹਦੇ ਤੋਂ ਬਾਅਦ ਕਹਿੰਦੇ ਆ ਕਿ ਉਹ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਰਾਜਨ ਸਾਨੀ, ਉਹਨਾਂ ਨੇ ਉਹ ਟੈਕਸਟ ਦਾ ਜਵਾਬ ਕੋਈ ਨਹੀਂ ਦਿੱਤਾ। 12 ਫਰਵਰੀ ਤੋਂ ਪਹਿਲਾਂ ਜੇਸਨ ਕੇਨੀ ਨੇ ਪਬਲਿਕਲੀ ਅਨਾਊਂਸ ਕੀਤਾ ਸੀ ਇਸ ਬਲੌਕੇਡ ਨੂੰ, ਕੋਰਸ ਅਲਰਟਾ ਦੇ ਵਿੱਚ ਜਿਹੜਾ ਪਿੰਡ ਆ ਉਹ ਜਿੱਥੇ 250 ਲੋਕ ਕਰੀਬ ਲੋਕ ਉੱਥੇ ਰਹਿੰਦੇ ਆ, ਤੇ ਉੱਥੇ ਬਹੁਤ ਸਾਰੇ ਟਰੱਕ ਤੇ ਵਹੀਕਲ ਉੱਥੇ ਆਏ ਸੀ ਯੂਨਾਈਟਿਡ ਸਟੇਟਸ ਵਾਲੇ ਪਾਸਿਓਂ 29 ਫਰਵਰੀ ਨੂੰ, ਤੇ ਮੁੜ ਕੇ ਫਰਵਰੀ 14 ਨੂੰ ਖਤਮ ਹੋਏ ਸੀਗੇ। 11 ਫਰਵਰੀ ਨੇ ਕਿਹਾ ਸੀ ਕਿ ਜਿਹੜਾ RCMP ਆ ਉਹ ਉੱਥੇ ਇਹਨੂੰ ਬਲੌਕੇਡ ਨੂੰ ਪਰੇ ਕਰ ਰਹੀ ਆ। ਔਰ ਤੁਹਾਨੂੰ ਯਾਦ ਹੋਊਗਾ ਇਹਨਾਂ ਸਾਰਿਆਂ ਦੇ ਕੋਲੋਂ ਉੱਥੋਂ ਹਥਿਆਰ ਵੀ ਫੜੇ ਗਏ ਸੀ। ਦਰਜਨ ਦੇ ਕਰੀਬ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਕੋਲੋਂ ਵੈਪਨ ਤੇ ਬੋਡੀ ਆਰਮਰ ਤੇ ਜਿਹੜੇ ਐਮੂਨੀਸ਼ਨ ਆ ਹੋਰ ਚੀਜ਼ਾਂ ਫੜੀਆਂ ਗਈਆਂ ਸੀ। ਸੋ ਹੁਣ ਜਿਹੜੇ ਲੋਕਾਂ ਨੇ ਆਪਸ ਦੇ ਵਿੱਚ ਕੀ ਮੈਸੇਜ ਕੀਤੇ ਸੀ, ਕੀ ਉਹਦੇ ਵਿੱਚੋਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ, ਉਹ ਸਾਹਮਣੇ ਆ ਰਹੀਆਂ। ਕਿਉਂਕਿ ਇੱਦਾਂ ਦੱਸਿਆ ਜਾ ਰਿਹਾ ਸੀ ਕਿ ਇੱਕ ਖਾਸ ਵਰਗ ਦੀ ਇਹਨਾਂ ਨੂੰ ਸਪੋਰਟ ਹਾਸਲ ਹੈ ਨਾ ਲੋਕਾਂ ਨੂੰ, ਕਿ ਐਵੇਂ ਨਹੀਂ ਇਕੱਠੇ ਹੋ ਕੇ ਐਡਾ ਵੱਡਾ ਰੌਲਾ ਰੱਪਾ ਪਾ ਸਕਦੇ। ਜਿਹੜੀ ਵੱਡੀ ਗੱਲਬਾਤ ਸੀਗੀ ਉਸ ਸਾਰੀਆਂ ਥਾਵਾਂ ਦੇ ਵਿੱਚ ਕਿ ਵੈਕਸੀਨ ਦੇ ਹੱਕ ਤੇ ਵਿਰੋਧ ਦੇ ਵਿੱਚ ਰੌਲਾ ਸੀ। ਅਮਰੀਕਾ ਦੇ ਵਿੱਚ ਵੀ ਇਹੀ ਰੌਲਾ ਸੀ, ਕੈਨੇਡਾ ਦੇ ਵਿੱਚ ਵੀ ਇਹੀ ਰੌਲਾ ਸੀ। ਉਹੀ ਲੋਕ ਸੀਗੇ ਜਿਹੜੇ ਲਗਭਗ ਉਹੀ ਸੋਚ ਵਾਲੇ ਔਰ ਸਾਂਝੇ ਸੀਗੇ। ਜਿਹੜਾ ਫਰੀडम ਕਨਵੋਏ ਇੱਥੇ ਸੀ, ਇਹਨਾਂ ਨੂੰ ਫੰਡਿੰਗ ਕਰਨ ਵਾਲੇ ਬਹੁਤ ਸਾਰੇ ਅਮਰੀਕਨ ਵੀ ਸੀਗੇ,
ਵੀ ਜਿਹੜੇ ਬਾਹਰਲੇ ਸੀਗੇ। ਹੁਣ ਇਸ ਐਮਰਜੈਂਸੀ ਜਾਂਚ ਕਮਿਸ਼ਨ ਦੀ ਇਹ ਸੁਣਵਾਈ ਦੇ ਵਿੱਚੋਂ ਇਹ ਜਿਹੜੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ। ਕੱਲ੍ਹ ਜਿੱਦਾਂ ਸੀਸੀਐਸ ਨੇ ਕਿਹਾ ਸੀ ਕਿ ਅਸੀਂ ਵਾਰਨਿੰਗ ਦਿੱਤੀ ਸੀ ਕਿ ਜੇ ਤੁਸੀਂ ਐਮਰਜੈਂਸੀ ਐਕਟ ਲੈ ਕੇ ਆਏ ਤਾਂ ਇਹਦੇ ਨਾਲ ਵਿਰੋਧ ਹੋ ਸਕਦਾ, ਵਾਇਲੈਂਟ ਹੋ ਸਕਦੇ ਆ ਲੋਕਾਂ ਨੂੰ ਲੱਗੂਗਾ ਵੀ ਸਾਨੂੰ ਸੁਣਦੇ ਨਹੀਂ, ਧਰਨਾ ਮੁਜ਼ਾਹਰਾ ਅਸੀਂ ਕਰ ਨਹੀਂ ਸਕਦੇ, ਸਾਡੇ ਕੋਲ ਹਿੰਸਾ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਰਹਿ ਗਿਆ। ਦੂਜੀ ਅੱਜ ਗੱਲ ਜਿਹੜੀ ਹੋਰ ਇੱਕ ਸਾਹਮਣੇ ਆਈ ਆ ਕਿ RCMP ਨੇ ਇਹ ਪ੍ਰਦਰਸ਼ਨ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੇ ਸਾਡੇ ਫੈਡਰਲ ਮਿਨਿਸਟਰ ਨੇ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਸੀ। ਵੀ ਕੀ ਇਹਨਾਂ ਨੂੰ ਪਹਿਲਾਂ ਅੰਦਾਜ਼ਾ ਸੀਗਾ ਵੀ ਇਹ ਗੱਲ ਇਸ ਹੱਦ ਤੱਕ ਵੱਧ ਸਕਦੀ ਆ? ਐਮਰਜੈਂਸੀ ਕਮਿਸ਼ਨ ਐਮਰਜੈਂਸੀ ਐਕਟ ਲਾਗੂ ਕਰਨ ਦੀ ਉੱਥੇ ਜਦੋਂ ਬਾਰ-ਬਾਰ ਉੱਥੋਂ ਪੁੱਛਗਿੱਛ ਕੀਤੀ ਜਾ ਰਹੀ ਆ ਔਰ ਉਸ ਪੁੱਛਗਿੱਛ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਸੀਗੇ ਉੱਥੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਓਟਵਾ ਜਲਦੀ ਨਹੀਂ ਛੱਡਣਾ ਤੇ ਉਹਨਾਂ ਨੇ ਪਰ ਤਿਆਰੀ ਫੇਰ ਵੀ ਕਹਿੰਦੇ ਵੀਕਐਂਡ ਲਈ ਉਹ ਕੀਤੀ ਸੀ। RCMP ਨੇ ਇਹ ਗੱਲਬਾਤ ਇੱਕ RCMP ਇਹ ਕਹਿ ਰਹੀ ਆ ਕਿ ਜਿਹੜਾ ਸ਼ੁਰੂ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਸਾਰਾ ਕੁਝ ਵਿਰੋਧ ਕਰਨਾ, ਇਹ ਸ਼ਾਂਤਮਈ ਸੀ, ਸਾਨੂੰ ਬਹੁਤੀ ਇਸ ਗੱਲ ਦੀ ਚਿੰਤਾ ਨਹੀਂ ਸੀ। ਪਰ ਜਿਹੜਾ ਇੱਕ ਰੇਸਿਸਟ ਜਾਂ ਨੈਸ਼ਨਲਿਸਟ ਕਿਸਮ ਦੇ ਲੋਕ ਸੀਗੇ ਉਹਨਾਂ ਤੋਂ ਖਤਰਾ ਇਹਨਾਂ ਨੂੰ ਸੀਗਾ ਤੇ ਇਸ ਕਰਕੇ ਉਹ ਕਹਿੰਦੇ ਅਸੀਂ 21 ਜਨਵਰੀ ਨੂੰ ਜਿਹੜੀ ਮਿਨਿਸਟਰ ਦੀ ਸੁਰੱਖਿਆ ਸੀ ਉਹਨੂੰ ਅਪਡੇਟ ਕੀਤਾ ਗਿਆ ਸੀ। ਕੁਝ ਥਾਵਾਂ ਦੇ ਉੱਤੇ ਇਹਨਾਂ ਦੀ ਸੁਰੱਖਿਆ ਨੂੰ ਵਧਾਇਆ ਗਿਆ ਸੀ। ਹੁਣ ਹੋਰ ਜਿਹੜੇ ਵੇਰਵੇ ਉਹਨਾਂ ਦੀ ਵੀ ਮੰਗ ਕੀਤੀ ਜਾ ਰਹੀ ਆ। ਸੋ ਰੌਲਾ ਸਿੱਧਾ ਸੀਗਾ, ਤੁਹਾਨੂੰ ਪਤਾ ਹੈ ਕਿ ਕੈਨੇਡਾ 'ਚ ਦਾਖਲ ਹੋਣ ਤੋਂ ਪਹਿਲਾਂ ਕੋਵਿਡ-19 ਦਾ ਮੋਲੀਕੂਲਰ ਟੈਸਟ ਹੋਣਾ ਚਾਹੀਦਾ। 2 ਹਫ਼ਤਿਆਂ ਤੋਂ ਬਾਅਦ ਜਿਹੜੀ ਨਹੀਂ ਤਾਂ 2 ਹਫ਼ਤਿਆਂ ਦੀ ਤੁਹਾਨੂੰ ਆਈਸੋਲੇਸ਼ਨ ਕਰਨੀ ਪਊਗੀ। ਇਹਨਾਂ ਨੇ ਰੋਸ ਰੈਲੀ ਰੱਖੀ ਸੀ ਤੇ ਰੋਸ ਰੈਲੀ ਕਰਦੇ ਉਹ ਗੱਲਬਾਤ ਵੱਧ ਗਈ। 29 ਜਨਵਰੀ ਨੂੰ ਇਹ ਸਾਰੇ ਦੇ ਸਾਰੇ ਓਟਵਾ ਪਹੁੰਚ ਗਏ। ਓਟਵਾ ਪਹੁੰਚਣ ਤੋਂ ਬਾਅਦ ਇਹਨਾਂ ਨੇ ਜਿਹੜਾ ਉਸ ਐਕਟ ਦੇ ਉਹਦੇ ਸਾਰਾ ਹੀ ਉੱਥੇ ਜਾਮ ਕਰ ਦਿੱਤਾ ਤੇ ਇਹਨਾਂ ਨੂੰ ਫਿਰ ਉੱਥੋਂ ਪਾਸੇ ਕਰਨ ਦੇ ਲਈ ਐਮਰਜੈਂਸੀ ਐਕਟ ਲਾਉਣਾ ਪਿਆ ਸੀ। ਹੁਣ ਉਹਦੀ ਜਿਹੜੀ ਗੱਲਬਾਤ ਆ ਉਹ ਸਾਰੀ ਹੌਲੀ ਸਪਸ਼ਟ ਹੋ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।